Hello students, I am your teacher Dr. Satvinder Kaur. In today's lecture, I will teach you about the theory of dependency. ਇਹਨਾਂ ਨੂੰ ਆਪਾਂ ਡਿਪੈਂਡੈਂਸੀ ਥਿਊਰੀਜ਼ ਵੀ ਬੋਲ ਦਿੰਦੇ ਆ, ਇਹਨਾਂ ਨੂੰ ਡਿਵੈਲਪਮੈਂਟ ਆਫ ਅੰਡਰ ਡਿਵੈਲਪਮੈਂਟ ਵੀ ਬੋਲ ਦਿੰਦੇ ਆ। ਸੋ ਇਹ ਬੇਸਿਕਲੀ 3 ਥਿਊਰੀਜ਼ ਨੇ ਜਿਹੜੀਆਂ ਐਕਸਪਲੇਨ ਕਰਦੀਆਂ ਨੇ ਕੀਤੀਆਂ ਨੇ ਬਾਈ ਸਮੀਰ ਅਮੀਨ, ਐਂਡਰ ਗੁੰਡਰੇ ਫਰੈਂਕ ਐਂਡ ਪੌਲ ਪ੍ਰੈਨ। ਵੈਸੇ ਤਾਂ ਇਹ ਬਹੁਤ ਸਾਰੀਆਂ ਥਿਊਰੀਜ਼ ਨੇ ਡਿਪੈਂਡੈਂਸੀ ਦੀਆਂ, ਬਟ ਜਿਹੜੀਆਂ ਬੇਸਿਕਲੀ ਡਿਵੈਲਪਮੈਂਟ ਦੇ ਵਿੱਚ ਅਸੀਂ ਪੜ੍ਹਦੇ ਹਾਂ ਉਹ ਆਪਾਂ ਇਹ ਥਿਊਰੀਜ਼ ਪੜ੍ਹਦੇ ਹਾਂ। ਸਭ ਤੋਂ ਪਹਿਲੇ ਆਪਾਂ ਡਿਸਕਸ ਕਰਾਂਗੇ ਡਿਪੈਂਡੈਂਸੀ ਥਿਊਰੀਜ਼ ਜਿਹੜੀਆਂ ਨੇ ਉਹ ਕਿਸ ਚੀਜ਼ 'ਤੇ ਫੋਕਸ ਦਿੰਦੀਆਂ ਨੇ। ਡਿਪੈਂਡੈਂਸੀ ਥਿਊਰੀਜ਼ ਜਿਹੜੀਆਂ ਨੇ ਉਹ ਇਸ ਚੀਜ਼ 'ਤੇ ਫੋਕਸ ਕਰਦੀਆਂ ਨੇ ਕਿ ਜਿਹੜੀ ਲੈਸ ਡਿਵੈਲਪ ਕੰਟਰੀਜ਼ ਦੀ ਡਿਪੈਂਡੈਂਸ ਹੈ ਉਹ ਔਨ ਡਿਵੈਲਪ ਕੰਟਰੀਜ਼, ਇਹ ਬੇਸਿਕ ਰੀਜ਼ਨ ਹੈ ਲੈਸ ਡਿਵੈਲਪ ਕੰਟਰੀਜ਼ ਦੀ ਅੰਡਰ ਡਿਵੈਲਪਮੈਂਟ ਦਾ। ਮਤਲਬ ਕਿ ਜੇ ਅੰਡਰ ਡਿਵੈਲਪਮੈਂਟ ਹੈ ਲੈਸ ਡਿਵੈਲਪ ਕੰਟਰੀਜ਼ ਦੇ ਵਿੱਚ, ਉਸਦਾ ਬੇਸਿਕ ਕਾਰਨ ਹੈ ਕਿ ਉਹ ਡਿਵੈਲਪ ਕੰਟਰੀਜ਼ ਦੇ ਉੱਤੇ ਡਿਪੈਂਡੈਂਟ ਨੇ। ਸੋ ਇਹ ਬੈਕਵਰਡਨੈਸ ਆਫ ਥਰਡ ਵਰਲਡ ਕੰਟਰੀਜ਼, ਇਹਨੂੰ ਥਰਡ ਵਰਲਡ ਕੰਟਰੀਜ਼ ਮਤਲਬ 3 ਤਰ੍ਹਾਂ ਦੀਆਂ ਕੰਟਰੀਜ਼ ਡਿਵੈਲਪਮੈਂਟ ਦੇ ਬੇਸ ਦੇ ਉੱਤੇ ਬਣਾਈਆਂ ਗਈਆਂ ਨੇ, ਫਰਸਟ ਵਰਲਡ, ਸੈਕਿੰਡ ਵਰਲਡ ਤੇ ਥਰਡ ਵਰਲਡ। ਥਰਡ ਵਰਲਡ ਕੰਟਰੀਜ਼ ਹੁੰਦੀਆਂ ਨੇ ਲੈਸ ਡਿਵੈਲਪ ਕੰਟਰੀਜ਼, ਸੈਕਿੰਡ ਵਰਡ ਹੁੰਦੀਆਂ ਨੇ ਡਿਵੈਲਪਿੰਗ ਕੰਟਰੀਜ਼ ਤੇ ਫਰਸਟ ਵਰਡ ਹੁੰਦੀਆਂ ਨੇ ਡਿਵੈਲਪਡ ਕੰਟਰੀਜ਼। ਸੋ ਜਿਹੜੀਆਂ ਥਰਡ ਵਰਲਡ ਕੰਟਰੀਜ਼ ਨੇ ਇਹਨਾਂ ਦੀ ਬੈਕਵਰਡਨੈਸ ਦਾ ਬੇਸ ਖਾਸ ਕਰਕੇ ਲੈਟਿਨ ਅਮੈਰੀਕਨ ਕੰਟਰੀਜ਼ ਜਿਹੜੀਆਂ ਹੋ ਗਈਆਂ, ਜਾਂ ਪਹਿਲੇ ਇੰਡੀਆ ਵੀ ਇਹਨਾਂ ਦੀ ਲਿਸਟ ਵਿੱਚ ਆਉਂਦਾ ਸੀ ਜਦੋਂ ਈਸਟ ਇੰਡੀਆ ਕੰਪਨੀ ਜਿਹੜੀ ਸੀ ਭਾਰਤ ਆਈ ਸੀ। ਸੋ ਇਹਨਾਂ ਦੀ ਜਿਹੜੀ ਡਿਪੈਂਡੈਂਟ ਦਾ ਕਾਰਨ ਹੈ, ਅੰਡਰ ਡਿਵੈਲਪਮੈਂਟ ਦਾ ਕਾਰਨ ਹੈ, ਉਹ ਇਹਨਾਂ ਦੀ ਡਿਵੈਲਪ ਕੰਟਰੀਜ਼ ਦੇ ਉੱਤੇ ਜੋ ਨਿਰਭਰਤਾ ਹੈ ਉਹ ਹੈ। ਸੋ ਇਹ ਜ਼ਿਆਦਾਤਰ ਪੈਰੀਫੇਰੀਅਲ ਕੈਪੀਟਲਿਜ਼ਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਪੈਰੀਫਰੀ ਹੁੰਦਾ ਹੈ ਬਸਤੀ ਬਣਾ ਲੈਣਾ, ਕਿਸੇ ਇੱਕ ਕੰਟਰੀ ਨੂੰ ਜਾਂ ਕਿਸੇ ਅਲੱਗ-ਅਲੱਗ ਕੰਟਰੀਜ਼ ਨੂੰ ਬਸਤੀਆਂ ਬਣਾ ਲੈਣਾ, ਜਿਵੇਂ ਇਹਨੂੰ ਇੰਗਲਿਸ਼ ਬੋਲਦੇ ਨੇ ਕਲੋਨੀ, ਕਾਲੋਨੀ। ਸੋ ਕਾਲੋਨੀ ਬਣਾਇਆ ਸੀ ਇੰਡੀਆ ਨੂੰ, ਜਿਵੇਂ ਅਮਰੀਕਾ ਨੂੰ, ਬ੍ਰਿਟਿਸ਼ਰਸ ਨੇ ਲੈਟਿਨ ਅਮੈਰੀਕਨ ਕੰਟਰੀਜ਼ ਨੂੰ, ਅਫਰੀਕਨ ਕੰਟਰੀਜ਼ ਨੂੰ ਆਪਦੀ ਬਸਤੀ ਬਣਾ ਲਿਆ ਸੀਗਾ ਤੇ ਉਹਨਾਂ ਨੂੰ ਐਕਸਪਲੋਇਟ ਕੀਤਾ ਸੀ। ਸੋ ਇਹ ਜਿਹੜੀਆਂ ਥਿਊਰੀਜ਼ ਨੇ ਮਿਡ 60s ਤੇ ਅਰਲੀ 70s ਦੇ ਦਰਮਿਆਨ ਜਿਹੜੀਆਂ ਨੇ ਇੰਗਲਿਸ਼ ਜਿਹੜੇ ਨੇ ਇਕੋਨਮਿਸਟ ਨੇ ਉਹਨਾਂ ਵੱਲੋਂ, ਲੈਟਿਨ ਅਮੈਰੀਕਨ ਇਕੋਨਮਿਸਟ ਜ਼ਿਆਦਾਤਰ ਨੇ, ਉਹਨਾਂ ਵੱਲੋਂ ਐਕਸਪਲੇਨ ਕੀਤੀਆਂ ਗਈਆਂ ਨੇ। ਸੋ ਸਭ ਤੋਂ ਪਹਿਲੇ ਆਪਾਂ ਡਿਸਕਸ ਕਰਾਂਗੇ ਮੀਨਿੰਗ ਆਫ ਡਿਪੈਂਡੈਂਸੀ। According to the dependency economist, the whole world is divided into 2 sets of countries. ਇਹ ਜਿਹੜੀ ਹੁਣ ਮੈਂ ਥਰਡ ਵਰਲਡ ਕੰਟਰੀਜ਼ ਦੱਸੀਆਂ ਨੇ ਉਹ ਕੰਟਰੀਜ਼ ਨੇ ਜਿਹੜੀਆਂ ਕਿ ਹੁਣ ਦੀ ਜਿਹੜੀ ਨੇ ਲਿਸਟ ਦੇ ਵਿੱਚ ਆਉਂਦੀਆਂ ਨੇ। ਸੋ ਅਕੋਰਡਿੰਗ ਟੂ ਇਕੋਨਮਿਸਟ 2 ਤਰ੍ਹਾਂ ਦੇ ਵਰਡਸ ਨਾਲ ਇਸ ਨੂੰ ਐਕਸਪਲੇਨ ਕੀਤਾ ਗਿਆ ਹੈ। ਵਨ ਇਜ਼ ਦ ਡਿਵੈਲਪ ਕੰਟਰੀਜ਼ ਐਂਡ ਅਦਰ ਇਜ਼ ਦ ਲੈਸ ਡਿਵੈਲਪ ਕੰਟਰੀਜ਼। ਦ ਡਿਵੈਲਪ ਕੰਟਰੀਜ਼ ਆਰ ਇਨ ਦ ਸੈਂਟਰ। ਸੈਂਟਰ ਕਿਹੜੀਆਂ ਨੇ? ਵੈਸਟਰਨ ਯੂਰਪ, ਬ੍ਰਿਟੇਨ ਤੇ ਯੂਨਾਈਟਿਡ ਸਟੇਟਸ। ਤੇ ਲੈਸ ਡਿਵੈਲਪ ਕੰਟਰੀਜ਼ ਜਿਨ੍ਹਾਂ ਨੂੰ ਅਸੀਂ ਪੈਰੀਫਰੀ ਵੀ ਬੋਲਦੇ ਹਾਂ, ਬੇਟਾ ਨਾਲ ਨਾਲ ਨੋਟਸ ਬਣਾ ਲਿਓ, ਲਿਖ ਲਿਓ। ਲੈਸ ਡਿਵੈਲਪ ਕੰਟਰੀਜ਼ ਜਿਹੜੀਆਂ ਨੇ ਜਿਨ੍ਹਾਂ ਨੂੰ ਆਪਾਂ ਪੈਰੀਫਰੀ ਵੀ ਬੋਲਦੇ ਹਾਂ, ਉਹ ਬੈਕਵਰਡ ਕੰਟਰੀਜ਼ ਨੇ ਜਿਹਦੇ ਵਿੱਚ ਏਸ਼ੀਆ, ਅਫਰੀਕਾ ਤੇ ਲੈਟਿਨ ਅਮਰੀਕਾ, ਇਹਨਾਂ ਦੇ ਵਿੱਚ ਜਿਹੜੀਆਂ ਐਗਜ਼ਿਸਟ ਕਰਦੀਆਂ ਨੇ ਕੰਟਰੀਜ਼ ਉਹ ਆ ਜਾਂਦੀਆਂ ਨੇ। ਸੋ ਇਸ ਤੋਂ ਬਾਅਦ ਹੈ ਇੱਕ ਟਰਮ ਯੂਜ਼ ਕੀਤੀ ਗਈ ਹੈ ਇਕੋਨਮਿਸਟ ਵੱਲੋਂ, ਸੈਂਟਰ ਤੇ ਪੈਰੀਫਰੀ। ਸੈਂਟਰ ਡਿਵੈਲਪ ਕੰਟਰੀਜ਼ ਦੇ ਲਈ ਯੂਜ਼ ਕੀਤੀ ਗਈ ਹੈ ਟਰਮ, ਤੇ ਪੈਰੀਫਰੀ ਲੈਸ ਡਿਵੈਲਪ ਕੰਟਰੀਜ਼ ਦੇ ਲਈ ਟਰਮ ਯੂਜ਼ ਕੀਤੀ ਗਈ ਹੈ। ਸੈਂਟਰ ਉਹ ਹੈ ਜਿੱਥੇ ਕੈਪੀਟਲ ਬਹੁਤ ਜ਼ਿਆਦਾ ਹੈ, ਕਿਉਂਕਿ ਇਹ ਕੈਪੀਟਲਿਸਟਿਕ ਕੰਟਰੀਜ਼ ਨੇ। ਇਹਨਾਂ ਕੰਟਰੀਜ਼ ਦੇ ਵਿੱਚ ਪਰ ਕੈਪੀਟਾ ਇਨਕਮ ਦਾ ਲੈਵਲ, ਸੇਵਿੰਗ ਦਾ ਰੇਟ ਤੇ ਫਿਜ਼ੀਕਲ ਐਸੈਟਸ ਮਤਲਬ ਹਰ ਤਰ੍ਹਾਂ ਦੇ ਜਿੰਨੇ ਵੀ ਐਸੈਟਸ ਅਸੀਂ ਬਣਾ ਲੈਂਦੇ ਹਾਂ, ਕਾਰ, ਪ੍ਰੋਪਰਟੀ, ਗੋਲਡ, ਬਹੁਤ ਜ਼ਿਆਦਾ ਹੁੰਦਾ। ਇਹਨਾਂ ਕੰਟਰੀਜ਼ ਦੇ ਵਿੱਚ ਜ਼ਿਆਦਾਤਰ ਪੈਸੇ ਨੂੰ ਪ੍ਰੋਡਕਟਿਵ ਪਰਪਸ ਦੇ ਲਈ ਖਰਚ ਕੀਤਾ ਜਾਂਦਾ ਤੇ ਇਹਨਾਂ ਦੇ ਵਿੱਚ ਸਟੈਂਡਰਡ ਆਫ ਲਿਵਿੰਗ ਲੋਕਾਂ ਦਾ ਬਹੁਤ ਉੱਚੀ ਮਿਨਾਰਤਾ ਹੁੰਦਾ ਹੈ। ਦੂਜੇ ਪਾਸੇ ਪੈਰੀਫਰੀ ਉਹ ਕੰਟਰੀਜ਼ ਨੇ ਜਿਹੜੀਆਂ ਸੈਂਟਰ ਉੱਤੇ ਡਿਵੈਲਪ ਕਰਦੀਆਂ ਨੇ, ਸੈਂਟਰ ਉੱਤੇ ਡਿਪੈਂਡ ਕਰਦੀਆਂ ਨੇ। ਮਤਲਬ ਕਿ ਜੇ ਇਹਨਾਂ ਨੂੰ ਟੈਕਨੋਲੋਜੀ ਚਾਹੀਦੀ ਹੈ, ਰਿਸਰਚ ਐਂਡ ਡਿਵੈਲਪਮੈਂਟ ਚਾਹੀਦੀ ਹੈ, ਕੈਪੀਟਲ ਚਾਹੀਦੀ ਹੈ, ਤਾਂ ਇਹ ਹਮੇਸ਼ਾ ਡਿਵੈਲਪ ਕੰਟਰੀਜ਼ ਵੱਲ ਮਤਲਬ ਸੈਂਟਰ ਵੱਲ ਨਜ਼ਰ ਰੱਖਦੀਆਂ ਨੇ। ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਉਹਨਾਂ ਕੋਲ ਨੇ, ਉਹਨਾਂ ਵੱਲ ਨਜ਼ਰ ਰੱਖਦੀਆਂ ਨੇ ਵੀ ਸਾਨੂੰ ਇਹ ਫੈਸਿਲਿਟੀਜ਼ ਤੁਸੀਂ ਦਿਓ ਤਾਂ ਕਿ ਅਸੀਂ ਵੀ ਆਪਣੀ ਦੇਸ਼ ਦੇ ਵਿੱਚ ਇਨਵੈਸਟਮੈਂਟ ਕਰ ਸਕੀਏ ਤੇ ਡਿਵੈਲਪਮੈਂਟ ਕਰ ਸਕੀਏ।
ਸੋ ਇਸ ਰਿਲੇਟਡ ਆਪਾਂ ਪਹਿਲੀ ਥਿਊਰੀ ਜਿਹੜੀ ਡਿਸਕਸ ਕਰਾਂਗੇ ਉਹ ਥਿਊਰੀ ਹੈ ਗਿਵਨ ਬਾय ਪੌਲ ਬ੍ਰੈਨ, PAUL ਪੌਲ BRAN ਬ੍ਰੈਨ। ਪੌਲ ਬ੍ਰੈਨ ਨੇ ਇਹ ਥਿਊਰੀ 1951 ਚ ਦਿੱਤੀ ਸੀ, ਦ ਪੋਲੀਟੀਕਲ ਇਕੋਨਮੀ ਆਫ ਗਰੋਥ। He says that backwardness of the less developed countries is the product of world capitalist system। मतलब ਜਿਹੜਾ ਪੂੰਜੀਵਾਦੀ ਸਿਸਟਮ ਹੈ, ਡਿਵੈਲਪ ਸਿਸਟਮ ਹੈ, ਇਹ ਕਾਰਨ ਹੈ ਲੈਸ ਡਿਵੈਲਪ ਕੰਟਰੀਜ਼ ਦੀ ਪਿਛੜੇਪਨ ਹੋਣ ਦਾ, ਬੈਕਵਰਡ ਹੋਣ ਦਾ। ਇਹ ਬੈਕਵਰਡਨੈਸ ਹੈ ਬਿਕੋਜ਼ ਆਫ ਲਾ ਆਫ ਅਨਈਵਨ ਕੈਪੀਟਲਿਸਟ ਡਿਵੈਲਪਮੈਂਟ। ਕੈਪੀਟਲਿਸਟ ਇਸ ਤਰੀਕੇ ਨਾਲ ਡਿਵੈਲਪਮੈਂਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਜਿੰਨੇ ਵੀ ਰਿਸੋਰਸਿਸ ਨੇ ਲੈਸ ਡਿਵੈਲਪ ਕੰਟਰੀ ਦੇ, ਉਹਨਾਂ ਨੂੰ ਪਲੰਡਰ ਕਰ ਲਿੱਤਾ ਜਾਏ, ਮਤਲਬ ਆਪਣੇ ਦੇਸ਼ ਦੇ ਵਿੱਚ ਲੈ ਆਇਆ ਜਾਏ। ਇਹਨੂੰ ਆਪਾਂ ਅਨਇਕੁਅਲ ਡਿਸਟਰੀਬਿਊਸ਼ਨ ਵੀ ਬੋਲਦੇ ਹਾਂ ਕਿ ਕੰਟਰੀਜ਼ ਦੇ ਵਿੱਚ ਅਨਇਕੁਅਲ ਡਿਸਟਰੀਬਿਊਸ਼ਨ ਦਾ ਹੋਣਾ, ਜਿਹੜਾ ਪਾਵਰਫੁਲ ਹੈ ਦੇਸ਼ ਉਹ ਹੋਰ ਪਾਵਰਫੁਲ ਹੋਵੇ, ਜਿਹੜਾ ਗਰੀਬ ਹੈ ਉਹ ਹੋਰ ਜ਼ਿਆਦਾ ਗਰੀਬ ਹੋਵੇ, ਤੇ ਪਾਵਰਫੁਲ ਦੇਸ਼ ਦੇ ਵੱਲੋਂ ਗਰੀਬ ਦੇਸ਼ ਜਿਹੜਾ ਹੈ ਉਸਦਾ ਸ਼ੋਸ਼ਣ ਕੀਤਾ ਜਾਏ, ਉਸਨੂੰ ਰੂਲ ਕੀਤਾ ਜਾਏ, ਉਸਨੂੰ ਐਕਸਪਲੋਇਟ ਕੀਤਾ ਜਾਏ। ਪੌਲ ਬ੍ਰੈਨ ਨੇ ਪਾਵਰਫੁਲ ਕੰਟਰੀਜ਼ ਦੇ ਲਈ ਟਰਮ ਯੂਜ਼ ਕੀਤੀ ਹੈ ਇੰਪੀਰੀਅਲਿਸਟ ਕੰਟਰੀਜ਼, ਤੇ ਪੂਅਰ ਕੰਟਰੀਜ਼ ਦੇ ਲਈ ਟਰਮ ਯੂਜ਼ ਕੀਤੀ ਹੈ ਕॉलोनीज। ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਬਸਤੀ ਇੰਡੀਆ ਵੀ ਬਣੀ ਸੀ ਇੱਕ ਟਾਈਮ ਤੇ, ਹੈ ਨਾ, 200 ਸਾਲ ਅੰਗਰੇਜ਼ਾਂ ਨੇ, ਬ੍ਰਿਟਿਸ਼ਰਸ ਨੇ ਰਾਜ ਕੀਤਾ ਸੀ। ਪੌਲ ਬ੍ਰੈਨ ਕਹਿ ਰਿਹਾ ਹੈ ਕਿ ਇੰਪੀਰੀਅਲਿਸਟ ਕੰਟਰੀਜ਼, ਇੰਡਸਟਰੀਅਲਿਸਟ ਕੰਟਰੀਜ਼ ਨੇ, ਜਿਹੜੇ ਥਰਡ ਵਰਲਡ ਕੰਟਰੀਜ਼ ਜਿਨ੍ਹਾਂ ਨੂੰ ਉਹਨੇ ਕॉलोनीज ਦਾ ਨਾਮ ਦਿੱਤਾ ਹੈ, ਦੇ ਨੈਚੁਰਲ ਰਿਸੋਰਸਿਸ ਨੂੰ ਐਕਸਪਲੋਇਟ ਕਰਦੀ ਹੈ ਤੇ ਆਪਣਾ ਫਾਇਦਾ ਚੱਕਦੀ ਹੈ। ਉਹ ਇਸ ਤਰੀਕੇ ਨਾਲ ਕਲੋਨੀਜ਼ ਦਾ, ਬਸਤੀਜ਼ ਦਾ ਸਟਰਕਚਰ ਚੇਂਜ ਕਰਦੀਆਂ ਨੇ ਕਿ ਉਹਨਾਂ ਦੇ ਵਿੱਚ ਨਾ ਤਾਂ ਕੋਈ ਡਿਵੈਲਪਮੈਂਟ ਹੋ ਸਕਦੀ ਹੈ, ਨਾ ਹੀ ਇਨਫਰਾਸਟਰਕਚਰ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਜੇ ਕੀਤੀਆਂ ਵੀ ਜਾਂਦੀਆਂ ਨੇ, ਜਿਵੇਂ ਕਿ ਇੰਡੀਆ 'ਚ ਟ੍ਰੇਨ ਆਈ, ਇੰਡੀਆ ਵਿੱਚ ਇੰਡਸਟਰੀਜ਼ ਲੱਗੀਆਂ, ਸੋ ਇਹ ਜੇ ਕੀਤੀਆਂ ਵੀ ਜਾਂਦੀਆਂ ਨੇ ਤਾਂ ਇਹਨਾਂ ਦਾ ਬੇਸਿਕ ਰੀਜ਼ਨ ਥਰਡ ਵਰਲਡ ਕੰਟਰੀਜ਼ ਦੀ ਡਿਵੈਲਪਮੈਂਟ ਨਹੀਂ ਹੁੰਦਾ। ਇਹਨਾਂ ਦਾ ਬੇਸਿਕ ਰੀਜ਼ਨ ਹੁੰਦਾ ਆਪਣੀ ਡਿਵੈਲਪਮੈਂਟ ਕਰਨਾ, ਆਪਣੇ ਦੇਸ਼ ਦੀ ਡਿਵੈਲਪਮੈਂਟ ਕਰਨਾ। He says that backwardness of developing countries was rooted in their history. These countries become colonies of advanced countries as Great Britain made their colony. Asia was occupied by Britain, Western Latin America. ਸੋ ਇਹ ਕੰਟਰੀਜ਼ ਜਿਹੜੀਆਂ ਨੇ ਬ੍ਰਿਟੇਨ ਨੇ ਇੱਕ ਟਾਈਮ ਦੇ ਉੱਤੇ ਕਬਜ਼ੇ 'ਚ ਲੈ ਲਈਆਂ ਸੀ। ਐਕਸਪਲੋਇਟ ਕਿਵੇਂ ਕਰਦੀ ਹੈ? ਹੈਵੀ ਟੈਕਸਿਸ ਵਰ ਕਲੈਕਟਿਡ ਫਰੋਮ ਦੀਜ਼ ਕੰਟਰੀਜ਼। ਜਿਵੇਂ ਤੁਸੀਂ ਦੇਖਿਆ, ਲਗਾਨ ਮੂਵੀ ਦੇਖੀ ਹੋਏਗੀ, ਉਹਦੇ 'ਚ ਅਸੀਂ ਗੱਲ ਕਰਦੇ ਹਾਂ ਕਿ ਲੈਂਡ ਰੈਵਨਿਊ ਬਹੁਤ ਜ਼ਿਆਦਾ ਸੀ। ਐਕਸਪਲੋਇਟੇਸ਼ਨ 3 ਤਰ੍ਹਾਂ ਦੇ ਸਿਸਟਮ ਬਣਾਤੇ ਸੀ ਅੰਗਰੇਜ਼ਾਂ ਨੇ, ਜ਼ਮੀਂਦਾਰੀ ਸਿਸਟਮ, ਰਵਾਇਤਵਾੜੀ ਸਿਸਟਮ, ਮਹਿਲਵਾੜੀ ਸਿਸਟਮ। ਸੋ ਇਸ ਤਰੀਕੇ ਦੇ ਨਾਲ ਐਕਸਪਲੋਇਟ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਅੱਗੇ ਜਿਵੇਂ ਜਿਵੇਂ ਉਹਨਾਂ ਨੂੰ ਹੋਰ ਜ਼ਿਆਦਾ ਪਲੰਡਰਸ ਕਰਨ ਦੀ ਜ਼ਰੂਰਤ ਸੀ ਤਾਂ ਉਹਨਾਂ ਨੇ ਆਪਣੀ ਹੀ ਜ਼ਮੀਨ ਜਿਹੜੀ ਸੀ, ਜਿਨ੍ਹਾਂ ਕਿਸਾਨਾਂ ਦੀ ਆਪਣੀ ਜ਼ਮੀਨ ਸੀ, ਉਹ ਜ਼ਮੀਨ ਵੀ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿੱਤੀ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਐਕਸਪਲੋਇਟ ਕਰਨਾ ਸ਼ੁਰੂ ਕਰਤਾ। ਇਹ ਟੈਕਸਿਸ ਤੋਂ, ਹੁਣ ਗਵਰਨਮੈਂਟ ਦਾ ਕੀ ਕੰਮ ਹੁੰਦਾ? ਟੈਕਸਿਸ ਲੈਣਾ ਤੇ ਟੈਕਸਿਸ ਤੋਂ ਆਉਣ ਵਾਲੀ ਆਮਦਨ ਨੂੰ ਉਹਨਾਂ ਹੀ ਲੋਕਾਂ ਤੇ ਖਰਚ ਕਰਨਾ। ਬਟ ਰਿਜ਼ਲਟ ਕੀ ਸੀ? ਇੱਕ ਪਾਸੇ ਹੈਵੀ ਟੈਕਸਿਸ ਲੈ ਲੈਂਦੇ ਸੀ, ਦੂਜੇ ਪਾਸੇ ਉਹੀ ਡਿਵੈਲਪਮੈਂਟ ਦੇ ਲਈ, ਸਾਡੇ ਦੇਸ਼ ਦੀ ਮਤਲਬ ਕॉलोनीज ਦੇ ਡਿਵੈਲਪਮੈਂਟ ਲਈ ਯੂਜ਼ ਨਹੀਂ ਸੀ ਕੀਤਾ ਜਾਂਦਾ ਪੈਸਾ, ਉਸਨੂੰ ਪਲੰਡਰ ਕਰਕੇ ਆਪਣੇ ਦੇਸ਼ 'ਚ ਇਨਵੈਸਟਮੈਂਟ ਦੇ ਲਈ ਭੇਜ ਦਿੱਤਾ ਜਾਂਦਾ ਸੀ। ਦੈਟਸ ਵਾਈ these countries becoming poor and the ruling countries were growing richer and richer. These countries took away huge amount of surplus। ਤੁਹਾਨੂੰ ਪਤਾ ਹੋਏਗਾ ਕੋਹੀਨੂਰ ਦਾ ਹੀਰਾ, ਹੈ ਨਾ, ਮਹਾਰਾਜਾ ਰਣਜੀਤ ਸਿੰਘ ਦੀ ਸਾਰੀ ਪ੍ਰੋਪਰਟੀ, ਜਿੰਨੇ ਵੀ, ਜਿਵੇਂ ਝਾਂਸੀ ਦੀ ਰਾਣੀ ਦੀ ਤੁਹਾਨੂੰ ਸਟੋਰੀ ਪਤਾ ਹੈ, ਇੱਕ ਜਿੰਨੇ ਵੀ ਆਪਣੇ ਰਾਜਪੂਤ ਸੀਗੇ ਆਪਣੇ ਦੇਸ਼ ਦੇ ਵਿੱਚ, ਜਿੰਨੇ ਵੀ ਇਹੋ ਜਿਹੇ ਸੀ ਜਿਹੜੇ ਕਿ ਆਪਣੀਆਂ ਕਿੰਗਡਮਸ ਨੂੰ ਇੰਜੋਏ ਕਰ ਰਹੇ ਸੀਗੇ, ਚਲਾ ਰਹੇ ਸੀਗੇ, ਉਹਨਾਂ ਸਾਰਿਆਂ ਨੂੰ ਜਿਵੇਂ ਸ਼ਿਵਾਜੀ ਮਰਾਠਾ ਦਾ ਨਾਮ ਤੁਸੀਂ ਸੁਣਿਆ ਕਿ ਇਹਨਾਂ ਸਾਰਿਆਂ ਦੀ ਪ੍ਰੋਪਰਟੀਜ਼ ਜਿਹੜੀਆਂ ਨੇ, ਇਹਨਾਂ ਨੇ ਕੋਈ ਨਾ ਕੋਈ ਇਹੋ ਜਿਹੇ ਐਕਟਸ ਬਣਾ ਕੇ, ਇਹੋ ਜਿਹੇ ਰੂਲ ਬਣਾ ਕੇ ਜਿਹੜੇ
ਇਹਨਾਂ ਦੀ ਹਥਿਆ ਲਿੱਤੀ ਗਈ ਤੇ ਉਹ ਸਾਰੇ ਰਿਸੋਰਸਿਸ ਪਲੰਡਰ ਕਰਕੇ ਆਪਣੇ ਦੇਸ਼ ਦੇ ਵਿੱਚ ਰਹਿ ਗਏ। ਈਵਨ ਕਿ ਇਹਨਾਂ ਨੇ ਜੋ ਝੂਮਰ ਸੀ, ਮਹਿੰਗੇ ਕੀਮਤੀ ਝੂਮਰ ਹੋ ਗਏ, ਕੀਮਤੀ ਕੱਪ, ਕੀਮਤੀ ਪਲੇਟਾਂ, ਇਹ ਵੀ ਆਪਣੇ ਦੇਸ਼ ਦੇ ਵਿੱਚ ਲੈ ਗਏ ਸੀ। these countries took away huge amount of surplus from these countries to western countries and these countries were dependent on them for strategic material, manufacturing goods, machinery, etc. so ਦੂਜੀ ਟੈਕਨੀਕ ਕਿਹੜੀ ਅਪਲਾਈ ਕੀਤੀ ਸੀ, ਇਹ ਤੁਸੀਂ ਸਾਰੇ ਜਾਣਦੇ ਹੋ ਕਿ ਇੱਥੋਂ ਦੀ ਰਾ ਮਟੀਰੀਅਲ ਬਾਏ ਕਰ ਲੈਂਦੇ ਸੀ, ਠੀਕ ਹੈ, ਤੇ ਵਾਪਿਸ ਭੇਜ ਦਿੰਦੇ ਸੀ ਸਸਤੇ ਰੇਟਾਂ ਤੇ। ਇੱਥੋਂ ਦੀ ਰਾ ਮਟੀਰੀਅਲ ਖਰੀਦ ਕੇ ਭੇਜ ਦਿੰਦੇ ਸੀਗੇ ਬ੍ਰਿਟੇਨ ਦੇ ਵਿੱਚ, ਮਤਲਬ ਕਿ ਆਪਣੇ ਦੇਸ਼ ਦੇ ਵਿੱਚ ਭੇਜ ਦਿੰਦੇ ਸੀ। ਉੱਥੋਂ ਦੀ ਫਿਰ ਫਿਨਿਸ਼ਡ ਗੁੱਡ ਜਿਹੜੀ ਤਿਆਰ ਹੋ ਕੇ ਆਉਂਦੀ ਸੀ ਉਹਨੂੰ ਮਹਿੰਗੇ ਰੇਟਾਂ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਵੇਚਿਆ ਜਾਂਦਾ ਸੀ। ਲੈਂਡ ਰੈਵਨਿਊ ਸਿਸਟਮ, ਲੈਂਡ ਲਾਰਡਸ, ਜ਼ਮੀਂਦਾਰ, ਜੇ ਮੈਂ ਤੁਹਾਨੂੰ ਆਲਰੇਡੀ ਐਕਸਪਲੇਨ ਕਰ ਦਿੱਤਾ। ਸੋ ਇਸ ਦੇ ਵਿੱਚ ਜਿਹੜੇ ਨੇ ਪੌਲ ਬ੍ਰੈਨ ਕਹਿੰਦਾ ਹੈ ਕਿ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ 4 ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਐਗਜ਼ਿਸਟੈਂਸ ਆਫ ਇਕਨੋਮਿਕ ਸਰਪਲਸ, ਮਤਲਬ ਹੋਣਾ ਸਰਪਲਸ ਤਾਂ ਕਿ ਇਨਵੈਸਟਮੈਂਟ ਕੀਤੀ ਜਾ ਸਕੇ, ਉਸਦੀ ਯੂਟੀਲਾਈਜੇਸ਼ਨ ਕਰਨਾ, ਮਤਲਬ ਯੂਟੀਲਾਈਜੇਸ਼ਨ ਆਫ ਇਕਨੋਮਿਕ ਸਰਪਲਸ। ਫਿਰ ਐਗਜ਼ਿਸਟੈਂਸ ਆਫ ਇਕਨੋਮਿਕ ਰਿਸੋਰਸਿਸ, ਉਹਨਾਂ ਦਾ ਹੋਣਾ, ਮਤਲਬ ਨੈਚੁਰਲ ਰਿਸੋਰਸਿਸ ਵੀ ਹੋਣੇ ਚਾਹੀਦੇ ਨੇ, ਪੈਸਾ ਵੀ ਹੋਣਾ ਚਾਹੀਦਾ। ਯੂਟੀਲਾਈਜੇਸ਼ਨ ਆਫ ਇਕਨੋਮਿਕ ਰਿਸੋਰਸਿਸ, ਉਹਨਾਂ ਦਾ ਵੀ ਹੋਣਾ। ਪੌਲ ਬ੍ਰੈਨ ਕਹਿੰਦਾ ਹੈ ਕਿ ਇਕਨੋਮਿਕ ਸਰਪਲਸ ਇਜ਼ ਮੋਰ ਇੰਪੋਰਟੈਂਟ ਫॉर ਡਿਵੈਲਪਮੈਂਟ। ਇਕਨੋਮਿਕ ਸਰਪਲਸ ਇਜ਼ ਦੈਟ ਪਾਰਟ ਆਫ ਇਨਕਮ ਵਿਚ ਇਜ਼ ਨਾਟ ਸਪੈਂਡ ਔਨ ਕੰਜ਼ੰਪਸ਼ਨ। ਮਤਲਬ ਇਹ ਤੁਹਾਨੂੰ ਪਤਾ ਹੀ ਹੈ, ਇਕਨੋਮਿਕ ਸਰਪਲਸ ਉਹ ਹੁੰਦਾ ਜਿਸ ਨੂੰ ਅਸੀਂ ਇਨਵੈਸਟਮੈਂਟ ਦੇ ਲਈ ਪੈਸਾ ਬਚਾਉਣਾ, ਸੇਵਿੰਗ ਕਰਨਾ ਤੇ ਉਸ ਨੂੰ ਇਨਵੈਸਟਮੈਂਟ ਦੇ ਲਈ ਯੂਜ਼ ਕਰਨਾ। ਹੁਣ ਡਿਵੈਲਪ ਕੰਟਰੀਜ਼ ਦੇ ਵਿੱਚ ਕੀ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਦੇ ਵਿੱਚ ਇਕਨੋਮਿਕ ਸਰਪਲਸ ਤਾਂ ਹੁੰਦਾ ਹੈ, ਪੈਸਾ ਤਾਂ ਹੁੰਦਾ, ਬਟ ਇਕਨੋਮਿਕ ਰਿਸੋਰਸਿਸ ਨਹੀਂ ਹੁੰਦੇ, ਉਹਨਾਂ ਕੋਲ ਮਾਰਕੀਟ ਵੀ ਨਹੀਂ ਹੁੰਦੀ, ਕਿਉਂਕਿ ਉਹਨਾਂ ਦੇ ਕੋਲ ਜਿੰਨਾ ਕੁ ਉਹ ਪ੍ਰੋਡਿਊਸ ਕਰ ਸਕਦੇ ਆ, ਜਿੰਨੇ ਕੁ ਖਾ ਸਕਦੇ ਆ, ਉਹਨਾਂ ਦੇ ਕੋਲ ਇੱਕ ਛੋਟੀ, ਕਿਉਂਕਿ ਆਪਾਂ ਜ਼ਿਆਦਾਤਰ ਜਾਣਦੇ ਹਾਂ ਡਿਵੈਲਪ ਕੰਟਰੀਜ਼ ਦੇ ਵਿੱਚ ਪੋਪੂਲੇਸ਼ਨ ਇੰਨੀ ਨਹੀਂ ਹੁੰਦੀ, ਸੋ ਉਹਨਾਂ ਨੂੰ ਬੰਦੇ ਚਾਹੀਦੇ ਹੁੰਦੇ ਆ, ਨਵੀਂ ਮਾਰਕੀਟ ਚਾਹੀਦੀ ਹੁੰਦੀ ਹੈ, ਤੇ ਉਹ ਹਮੇਸ਼ਾ ਡਿਵੈਲਪਿੰਗ ਕੰਟਰੀਜ਼ ਨੂੰ ਸਸਤੀ ਲੇਬਰ ਦਾ ਇੱਕ ਗੜ ਸਮਝਦੇ ਆ, ਰਿਸੋਰਸਿਸ ਪਲੰਡਰ ਕਰਨ ਦਾ ਇੱਕ ਗੜ ਸਮਝਦੇ ਆ, ਕਿਉਂਕਿ ਤੇ ਨੈਚੁਰਲ ਰਿਸੋਰਸਿਸ ਬਹੁਤ ਹੁੰਦੇ ਆ ਪਰ ਇਹਨਾਂ ਨੂੰ ਅੱਛੀ ਤਰ੍ਹਾਂ ਯੂਜ਼ ਨਹੀਂ ਕੀਤਾ ਗਿਆ ਹੁੰਦਾ। ਸੋ ਅਕੋਰਡਿੰਗ ਟੂ ਪੌਲ ਬ੍ਰੈਨ ਇਸ ਤਰੀਕੇ ਨਾਲ ਜਿਹੜਾ ਡਿਵੈਲਪ ਵਰਲਡ ਹੈ ਉਹ ਡਿਵੈਲਪਿੰਗ ਕੰਟਰੀਜ਼ ਨੂੰ ਐਕਸਪਲੋਇਟ ਕਰਦਾ ਹੈ। ਅਗਲੀ ਥਿਊਰੀ ਅਸੀਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ।